ਵਾਹਿਗੁਰੂ। ਪਾਠ ਸਤਵਾਂ। ਗੁਰੂ ਜੀ ਧਰੂ ਭਗਤ ਕੋਲ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਪ੍ਰਹਿਲਾਦ, ਦੱਤਾਤਰੇय ਆਦਿਕ ਨੂੰ ਦਰਸ਼ਨ ਦੇ ਕੇ ਸੁਮੇਰ ਤੋਂ ਹੁੰਦੇ ਹੋਏ ਧਰੂਪੁਰੀ ਨੂੰ ਗਏ। ਜਾਂਦੇ ਹੋਏ ਮਰਦਾਨੇ ਨੇ ਕਿਹਾ, ਗੁਰੂ ਜੀ ਇੱਥੇ ਤਾਰੇ ਨਹੀਂ ਦਿਸ ਰਹੇ। ਗੁਰੂ ਜੀ ਨੇ ਕਿਹਾ, ਤਾਰੇ ਸਾਡੇ ਨਾਲੋਂ ਥੱਲੇ ਰਹਿ ਗਏ ਹਨ। ਸਾਡੇ ਤੋਂ ਉੱਪਰ ਧਰੂ ਤਾਰਾ ਹੈ, ਉਸ ਦਾ ਇੱਥੇ ਪ੍ਰਕਾਸ਼ ਹੈ। ਉਸਨੇ ਛੋਟੀ ਉਮਰ ਵਿੱਚ ਤਪ ਕਰਕੇ ਸਾਰਿਆਂ ਤੋਂ ਉੱਚਾ ਸਥਾਨ ਪ੍ਰਾਪਤ ਕੀਤਾ ਹੈ। ਮਰਦਾਨੇ ਨੇ ਕਿਹਾ, ਜਿਸ ਤਰ੍ਹਾਂ ਧਰੂ ਨੇ ਭਗਤੀ ਕਰਕੇ ਅਚਲ ਰਾਜ ਦੀ ਪ੍ਰਾਪਤੀ ਕੀਤੀ ਹੈ, ਸਾਰਾ ਪ੍ਰਸੰਗ ਸੁਣਾਓ ਤੇ ਉਸ ਦਾ ਸਥਾਨ ਵਿਖਾਓ। ਗੁਰੂ ਜੀ ਨੇ ਕਿਹਾ, ਸਤਯੁਗ ਵਿੱਚ ਉਤਾਨਪਾਦ ਨਾਮ ਦਾ ਇੱਕ ਰਾਜਾ ਹੋਇਆ। ਉਸ ਦੀਆਂ ਦੋ ਰਾਣੀਆਂ ਸਰੂਚੀ ਤੇ ਸੁਨੀਤਾ ਸਨ। ਰਾਜਾ ਸਰੂਚੀ ਦੇ ਵਸ ਵਿੱਚ ਸੀ। ਸੁਨੀਤਾ ਨੇ ਪਹਿਲਾਂ ਧਰੂ ਨੂੰ ਜਨਮ ਦਿੱਤਾ। ਸਰੂਚੀ ਨੇ ਮਗਰੋਂ ਉੱਤਮ ਨੂੰ ਜਨਮ ਦਿੱਤਾ। ਜਦੋਂ ਧਰੂ 5 ਸਾਲਾਂ ਦਾ ਹੋਇਆ ਤਾਂ ਉਹ ਆਪਣੇ ਪਿਤਾ ਉਤਾਨਪਾਦ ਕੋਲ ਗਿਆ। ਰਾਜੇ ਨੇ ਪੁੱਤਰ ਨੂੰ ਬੜੇ ਪ੍ਰੇਮ ਨਾਲ ਗੋਦ ਵਿੱਚ ਬਿਠਾਇਆ ਤੇ ਪਿਆਰ ਕੀਤਾ। ਇਸ ਤਰ੍ਹਾਂ ਵੇਖ ਕੇ ਸਰੂਚੀ ਨੇ ਗੁੱਸੇ ਨਾਲ ਧਰੂ ਨੂੰ ਬਾਹੋਂ ਫੜ ਕੇ ਰਾਜੇ ਦੀ ਗੋਦ ਵਿੱਚੋਂ ਉਠਾ ਦਿੱਤਾ। ਆਖਣ ਲੱਗੀ, ਜੇ ਤੂੰ ਇਹ ਪਦਵੀ ਚਾਹੁੰਦਾ ਹੈ ਤਾਂ ਸਰੀਰ ਛੱਡ ਕੇ ਮੇਰੇ ਉਦਰ ਥਾਣੀ ਪੈਦਾ ਹੋ ਕੇ ਆ। ਇਹ ਵੇਖ ਕੇ ਰਾਜਾ ਰਾਣੀ ਨੂੰ ਕੁਝ ਨਾ ਕਹਿ ਸਕਿਆ। ਧਰੂ ਰੋਂਦਾ ਆਪਣੀ ਮਾਤਾ ਕੋਲ ਚਲਿਆ ਗਿਆ ਤੇ ਮਨ ਵਿੱਚ ਬਹੁਤ ਗੁੱਸਾ ਕੀਤਾ ਤੇ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ। ਧਰੂ ਦੀ ਮਾਤਾ ਸੌਕਣ ਦੀ ਗੱਲ ਸੁਣ ਕੇ ਬਹੁਤ ਦੁਖੀ ਹੋਈ। ਪੁੱਤਰ ਨੂੰ ਗੋਦੀ ਵਿੱਚ ਲੈ ਕੇ ਕਹਿਣ ਲੱਗੀ, ਹੇ ਪੁੱਤਰ, ਦੁੱਖ ਸੁੱਖ ਪਿਛਲੇ ਕਰਮਾਂ ਦਾ ਫਲ ਹੈ। ਪਿਛਲੇ ਪੁੰਨਾਂ ਤੋਂ ਸੁੱਖ ਮਿਲਦਾ ਹੈ ਤੇ ਪਾਪਾਂ ਤੋਂ ਦੁੱਖ ਮਿਲਦਾ ਹੈ ਤਾਂ ਮੈਂ ਰਾਣੀ, ਪਰ ਮੈਂ ਪਿਛਲੇ ਜਨਮ ਵਿੱਚ ਭਗਤੀ ਨਹੀਂ ਕੀਤੀ। ਇਸ ਕਰਕੇ ਮੈਨੂੰ ਹੁਣ ਗੋਲੀਆਂ ਬਰਾਬਰ ਵੀ ਨਹੀਂ ਜਾਣਦੇ। ਜੇ ਤੈਨੂੰ ਰਾਜ ਭਾਗ ਦੀ ਇੱਛਾ ਹੈ ਤਾਂ ਤੂੰ ਮਨ ਟਿਕਾ ਕੇ ਪ੍ਰਭੂ ਦੀ ਭਗਤੀ ਕਰ। ਤੇਰੇ ਦਾਦੇ ਮੰਨੂ ਨੇ ਬਹੁਤ ਜਗ ਕੀਤੇ ਤੇ ਹਰੀ ਦਾ ਸਿਮਰਨ ਕਰਕੇ ਸੁਖ ਪ੍ਰਾਪਤ ਕੀਤਾ। ਧਰੂ ਨੇ ਮਾਤਾ ਤੋਂ ਇਹ ਸਿੱਖਿਆ ਸੁਣ ਕੇ ਮਾਤਾ ਦੇ ਚਰਨਾਂ ਤੇ ਮੱਥਾ ਟੇਕ ਕੇ ਜੰਗਲ ਨੂੰ ਤੁਰ ਪਿਆ। ਰਸਤੇ ਵਿੱਚ ਉਸ ਨੂੰ ਨਾਰਦ ਮੁਨੀ ਮਿਲੇ। ਮੁਨੀ ਜੀ ਨੇ ਧਰੂ ਦੇ ਸਿਰ ਤੇ ਹੱਥ ਫੇਰ ਕੇ ਕਿਹਾ, ਹੇ ਪੁੱਤਰ, ਤੂੰ ਮਤਰੇਈ ਮਾਂ ਦੇ ਬਚਨ ਸੁਣ ਕੇ ਜੰਗਲ ਨੂੰ ਜਾ ਰਿਹਾ ਹੈ। ਤੇਰੀ ਅਜੇ ਬਾਲ ਉਮਰ ਖਾਣ ਪੀਣ ਖੇਡਣ ਦੀ ਹੈ। ਖੁਸ਼ੀ ਗਮੀ ਤੈਨੂੰ ਕੋਈ ਨਹੀਂ ਵਿਚਾਰਨੀ ਚਾਹੀਦੀ। ਹੁਣ ਤੇਰਾ ਤਪ ਕਰਨਾ ਵਿਅਰਥ ਹੈ। ਘਰ ਜਾ ਕੇ ਰਹਿ। ਜੰਗਲ ਵਿੱਚ ਕੁਝ ਸੁੱਖ ਨਹੀਂ। ਉੱਥੇ ਜੰਗਲੀ ਜਾਨਵਰ ਬਹੁਤ ਹਨ, ਉਹ ਤੈਨੂੰ ਦੁੱਖ ਦੇਣਗੇ। ਜੇ ਤੂੰ ਬਹੁਤ ਸਮਾਂ ਤਪ ਕਰਦਾ ਰਿਹਾ ਤੇ ਅਨੇਕ ਯਤਨ ਕਰਦਾ ਰਿਹਾ ਤਾਂ ਵੀ ਤੂੰ ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਜਦੋਂ ਜਵਾਨ ਹੋ ਜਾਵੇਗਾ ਇਹ ਕੰਮ ਉਦੋਂ ਕਰੀ। ਨਾਰਦ ਮੁਨੀ ਦੇ ਬਚਨ ਸੁਣ ਕੇ ਧਰੂ ਨੇ ਦੋਵੇਂ ਹੱਥ ਜੋੜ ਕੇ ਕਿਹਾ, ਮੈਂ ਖੋਟਾ ਪੁਰਸ਼ ਹਾਂ। ਮਤਰੇਈ ਮਾਂ ਦੇ ਬਚਨਾਂ ਨਾਲ ਮੇਰੀ ਛਾਤੀ ਸੜ ਰਹੀ ਹੈ। ਆਪ ਜੀ ਸਦਾ ਹੀ ਪਰਉਪਕਾਰ ਵਾਸਤੇ ਵਿਚਰਦੇ ਹੋ। ਇਸ ਪਦਵੀ ਤੇ ਮੇਰਾ ਦਾਦਾ ਵੀ ਨਹੀਂ ਪਹੁੰਚ ਸਕਿਆ। ਉਸ ਪਦਵੀ ਤੇ ਮੇਰੇ ਜਾਣ ਦੀ ਇੱਛਾ ਹੈ। ਨਾਰਦ ਮੁਨੀ ਨੇ ਧਰੂ ਤੋਂ ਸ਼ਰਧਾ ਵਾਲੇ ਬਚਨ ਸੁਣ ਕੇ ਖੁਸ਼ ਹੋ ਕੇ ਕਿਹਾ, ਮੈਂ ਤੈਨੂੰ ਪਰਖ ਰਿਹਾ ਸੀ। ਤੇਰੀ ਮਾਤਾ ਨੇ ਜੋ ਵੀ ਤੈਨੂੰ ਮੁਕਤੀ ਦਾ ਰਸਤਾ ਦੱਸਿਆ ਹੈ ਉਹ ਠੀਕ ਹੈ। ਤੂੰ ਜੰਗਲ ਵਿੱਚ ਜਾ ਕੇ ਆਪਣੇ ਮਨ ਨੂੰ ਟਿਕਾ ਕੇ ਵਿਸ਼ਨੂੰ ਭਗਵਾਨ ਦੀ ਸਿਮਰਨ ਕਰ। ਮੈਂ ਤੈਨੂੰ ਗੁਰ ਮੰਤਰ ਦਿੰਦਾ ਹਾਂ। ਤੂੰ ਮਨ ਟਿਕਾ ਕੇ ਇਸ ਦਾ ਜਾਪ ਕਰ, ਜਿਸ ਤੋਂ ਤੈਨੂੰ ਮਨ ਇੱਛੇ ਫਲ ਮਿਲ ਜਾਣਗੇ। ਇਸ ਤਰ੍ਹਾਂ ਨਾਰਦ ਮੁਨੀ ਜੀ ਨੇ ਧਰੂ ਨੂੰ ਗੁਰ ਮੰਤਰ ਦਿੱਤਾ। ਧਰੂ ਨਾਰਦ ਮੁਨੀ ਨੂੰ ਬੰਦਨਾ ਕਰਕੇ ਜੰਗਲ ਨੂੰ ਚੱਲਿਆ ਗਿਆ। ਨਾਰਦ ਮੁਨੀ ਰਾਜੇ ਕੋਲ ਆਇਆ। ਰਾਜੇ ਦਾ ਪੁੱਤਰ ਦੇ ਵਿਯੋਗ ਵਿੱਚ ਚਿਹਰਾ ਕੁਮਲਾਇਆ ਹੋਇਆ ਸੀ। ਰਿਖੀ ਨੂੰ
ਰਾਜੇ ਨੇ ਆਦਰ ਨਾਲ ਬਿਠਾ ਕੇ ਨਮਸਕਾਰ ਕੀਤੀ। ਨਾਰਦ ਮੁਨੀ ਨੇ ਕਿਹਾ, ਹੇ ਰਾਜਨ, ਤੇਰਾ ਚਿਹਰਾ ਮਲੀਨ ਕਿਉਂ ਹੈ? ਤੇਰਾ ਕੀ ਕੰਮ ਵਿਗੜ ਗਿਆ ਹੈ? ਰਾਜੇ ਨੇ ਕਿਹਾ, ਹੇ ਮੁਨੀ ਜੀ, ਮੈਂ ਮਤਹੀਣਾ ਹਾਂ। ਆਪਣੇ 5 ਸਾਲਾਂ ਦੇ ਪੁੱਤਰ ਨੂੰ ਅਪਰਾਧ ਤੋਂ ਬਿਨਾਂ ਛੱਡ ਦਿੱਤਾ ਹੈ। ਉਹ ਜੰਗਲ ਵਿੱਚ ਤਪ ਕਰਨ ਵਾਸਤੇ ਚਲਾ ਗਿਆ ਹੈ। ਜੰਗਲ ਵਿੱਚ ਭੁੱਖ, ਤਰੇਹ, ਕਈ ਪ੍ਰਕਾਰ ਦੇ ਦੁੱਖ ਹਨ। ਉਹ ਕਿਸ ਤਰ੍ਹਾਂ ਸਹੇਗਾ? ਮੁਨੀ ਨੇ ਕਿਹਾ, ਹੇ ਰਾਜਨ, ਤੂੰ ਪੁੱਤਰ ਬਾਰੇ ਨਾ ਸੋਚ। ਪਰਮੇਸ਼ਰ ਸਾਰੇ ਥਾਵਾਂ ਤੇ ਵਿਆਪਕ ਹੈ। ਜੰਗਲ ਵਿੱਚ ਬਾਲਕ ਬਹੁਤ ਤਪ ਕਰ ਰਿਹਾ ਹੈ। ਉਹ ਤੇਰੇ ਪਾਸ ਥੋੜੇ ਸਮੇਂ ਵਿੱਚ ਆ ਜਾਵੇਗਾ। ਉਸ ਦਾ ਜਸ ਸੰਸਾਰ ਵਿੱਚ ਬਹੁਤ ਹੋਵੇਗਾ। ਇਸ ਤਰ੍ਹਾਂ ਆਖ ਕੇ ਮੁਨੀ ਚਲਿਆ ਗਿਆ। ਧਰੂ ਜੰਗਲ ਵਿੱਚ ਬਹੁਤ ਕਠਿਨ ਤਪ ਕਰਨ ਲੱਗਾ। ਤਪ ਕਰਦਿਆਂ ਧਰੂ ਜੰਗਲ ਵਿੱਚੋਂ ਤੀਸਰੇ ਦਿਨ ਫਲ ਖਾ ਲੈਂਦਾ। ਪਹਿਲਾ ਮਹੀਨੇ ਉਸਨੇ ਇਸ ਤਰ੍ਹਾਂ ਬਿਤਾਇਆ। ਦੂਸਰੇ ਮਹੀਨੇ ਜੰਗਲ ਵਿੱਚੋਂ ਘਾਹ ਖਾ ਲੈਂਦਾ। ਤੀਜੇ ਮਹੀਨੇ ਸੁੱਕੇ ਪੱਤੇ ਤੇ ਪਾਣੀ ਪੀ ਕੇ ਗੁਜ਼ਾਰਾ ਕੀਤਾ। ਚੌਥੇ ਮਹੀਨੇ 12ਵੇਂ ਦਿਨ ਕੁਝ ਖਾਂਦਾ ਰਿਹਾ। 5ਵੇਂ ਮਹੀਨੇ ਪੌਣ ਆਹਾਰੀ ਰਹਿ ਕੇ ਇੱਕ ਪੈਰ ਤੇ ਖੜਾ ਹੋ ਕੇ ਤਪ ਕਰਦਾ ਰਿਹਾ। ਜਦੋਂ ਇਸ ਤਰ੍ਹਾਂ ਬਹੁਤ ਕਠਿਨ ਤਪ ਕਰਨ ਲੱਗਾ ਤਾਂ ਧਰਤੀ ਡੋਲ ਗਈ। ਸੰਸਾਰ ਵਿੱਚ ਘਬਰਾਹਟ ਪੈ ਗਈ। ਉਸ ਸਮੇਂ ਦੇਵਤੇ ਵਿਸ਼ਨੂੰ ਜੀ ਪਾਸ ਗਏ ਤੇ ਕਿਹਾ, ਹੇ ਪ੍ਰਭੂ ਜੀ, ਸਾਰੇ ਜੀਵ ਦੁਖੀ ਹਨ, ਉਹਨਾਂ ਦਾ ਦੁੱਖ ਦੂਰ ਕਰੋ। ਉਦੋਂ ਹਰੀ ਜੀ ਨੇ ਕਿਹਾ, ਤੁਸੀਂ ਡਰੋ ਨਾ, ਮੇਰਾ ਬਾਲ ਭਗਤ ਬਹੁਤ ਕਠਿਨ ਤਪ ਕਰ ਰਿਹਾ ਹੈ। ਹੁਣ ਮੈਂ ਉਸ ਦੇ ਪਾਸ ਜਾਂਦਾ ਹਾਂ। ਇਸ ਤਰ੍ਹਾਂ ਸੁਣ ਕੇ ਦੇਵਤੇ ਵਾਪਸ ਆ ਗਏ। ਧਰੂ ਨੇ ਜੋ ਅੰਦਰ ਵਿਸ਼ਨੂੰ ਜੀ ਦਾ ਸਰੂਪ ਵਸਾਇਆ ਸੀ, ਜਦੋਂ ਹਰੀ ਜੀ ਉੱਥੇ ਗਏ ਤਾਂ ਉਸ ਦਾ ਅੰਦਰਲਾ ਸਰੂਪ ਭਗਵਾਨ ਜੀ ਨੇ ਅਲੋਪ ਕਰ ਲਿਆ ਅਤੇ ਧਰੂ ਦੀਆਂ ਅੱਖਾਂ ਖੁੱਲ ਗਈਆਂ। ਉਹ ਸਰੂਪ ਉਸਨੇ ਬਾਹਰ ਵੇਖਿਆ ਤਾਂ ਧਰੂ ਨੇ ਹਰੀ ਦੀ ਉਸਤਤੀ ਕਰਨੀ ਚਾਹੀ, ਪਰ ਉਸਤਤੀ ਕਰਨ ਦੀ ਸ਼ਕਤੀ ਨਹੀਂ ਸੀ। ਵਿਸ਼ਨੂੰ ਜੀ ਨੇ ਉਸ ਦੀ ਇੱਛਾ ਜਾਣ ਕੇ ਆਪਣਾ ਸ਼ੰਖ ਉਸ ਦੇ ਮੂੰਹ ਤੇ ਛੁਹਾਇਆ। ਉਸ ਸਮੇਂ ਧਰੂ ਅੰਦਰ ਉਸਤਤੀ ਕਰਨ ਦੀ ਸ਼ਕਤੀ ਪੈਦਾ ਹੋ ਗਈ ਤੇ ਬਹੁਤ ਉਸਤਤੀ ਕੀਤੀ। ਫਿਰ ਉਸ ਨੇ ਚਰਨਾਂ ਤੇ ਮੱਥਾ ਟੇਕਿਆ। ਇਹ ਵੇਖ ਕੇ ਵਿਸ਼ਨੂੰ ਜੀ ਨੇ ਖੁਸ਼ ਹੋ ਕੇ ਕਿਹਾ, ਹੇ ਰਾਜਕੁਮਾਰ, ਤੇਰੇ ਅੰਦਰ ਦੀ ਮੈਂ ਸਾਰੀ ਗੱਲ ਜਾਣ ਲਈ ਹੈ। ਤੂੰ ਸਾਰਿਆਂ ਤੋਂ ਵੱਡੀ ਪਦਵੀ ਪਾਉਣਾ ਕਰ, ਜਿਸ ਪਦਵੀ ਤੇ ਹੁਣ ਤੱਕ ਕੋਈ ਨਹੀਂ ਪਹੁੰਚਿਆ। ਤੂੰ 36,000 ਸਾਲ ਰਾਜ ਕਰ, ਉਸ ਤੋਂ ਬਾਅਦ ਤੈਨੂੰ ਸਾਰਿਆਂ ਤੋਂ ਉੱਚੀ ਪਦਵੀ ਪ੍ਰਾਪਤ ਹੋਵੇਗੀ। ਤੇਰਾ ਜੋ ਮਤਰੇਆ ਭਰਾ ਉੱਤਮ ਹੈ, ਉਹ ਸਦਾ ਸ਼ਿਕਾਰ ਖੇਡਣ ਦੀ ਬਿਰਤੀ ਰੱਖਦਾ ਹੈ। ਉਸ ਦਾ ਜੰਗਲ ਵਿੱਚ ਦੇਵਤਿਆਂ ਨਾਲ ਯੁੱਧ ਹੋ ਜਾਵੇਗਾ। ਦੇਵਤੇ ਉਸ ਨੂੰ ਮਾਰ ਦੇਣਗੇ। ਤੇਰੀ ਮਤਰੇਈ ਮਾਂ ਉਸ ਨੂੰ ਜੰਗਲ ਵਿੱਚ ਭਾਲਣ ਵਾਸਤੇ ਜਾਵੇਗੀ। ਉਹ ਦਾਵਾ ਨਾਲ ਅੱਗ ਵਿੱਚ ਸੜ ਜਾਵੇਗੀ। ਸਾਰਾ ਰਾਜ ਭਾਗ ਤੂੰ ਕਰ। ਹੁਣ ਤੂੰ ਘਰ ਨੂੰ ਜਾ। ਤੇਰੇ ਮਾਤਾ ਪਿਤਾ ਤੇਰੀ ਉਡੀਕ ਕਰ ਰਹੇ ਹਨ। ਇਹ ਆਖ ਕੇ ਭਗਵਾਨ ਜੀ ਅੰਤਰ ਧਿਆਨ ਹੋ ਗਏ। ਭਗਵਾਨ ਜੀ ਕੋਲੋਂ ਧਰੂ ਅਚਲ ਰਾਜ ਦਾ ਵਰ ਲੈ ਕੇ ਘਰ ਨੂੰ ਆ ਗਿਆ। ਜਦੋਂ ਰਾਜੇ ਨੇ ਆਪਣੇ ਪੁੱਤਰ ਦਾ ਆਉਣਾ ਸੁਣਿਆ ਤਾਂ ਬਹੁਤ ਖੁਸ਼ ਹੋਇਆ। ਜਿਸ ਨੇ ਰਾਜੇ ਨੂੰ ਧਰੂ ਦੇ ਆਉਣ ਦੀ ਖਬਰ ਦਿੱਤੀ ਸੀ, ਉਸ ਨੂੰ ਬਹੁਤ ਪਦਾਰਥ ਦਿੱਤੇ। ਉਦੋਂ ਰਾਜਾ ਆਪਣੇ ਪੁੱਤਰ ਨੂੰ ਬਾਜਿਆਂ ਨਾਲ ਲੈਣ ਗਿਆ ਤੇ ਦੋਵੇਂ ਰਾਣੀਆਂ ਵੀ ਨਾਲ ਗਈਆਂ। ਧਰੂ ਦਾ ਮਤਰੇਆ ਭਰਾ ਤੇ ਬਹੁਤ ਸਾਰੇ ਲੋਕ ਨਾਲ ਗਏ। ਜਦੋਂ ਰਾਜੇ ਨੇ ਧਰੂ ਨੂੰ ਵੇਖਿਆ ਤਾਂ ਰੱਥ ਤੋਂ ਉਤਰ ਕੇ ਆਪਣੇ ਪੁੱਤਰ ਨੂੰ ਗਲ ਨਾਲ ਲਾਇਆ ਤੇ ਬਹੁਤ ਖੁਸ਼ ਹੋਇਆ। ਧਰੂ ਨੇ ਆਪਣੇ ਪਿਤਾ ਦੇ ਚਰਨਾਂ ਤੇ ਮੱਥਾ ਟੇਕਿਆ। ਦੋਵੇਂ ਮਾਤਾਵਾਂ ਦੇ ਚਰਨਾਂ ਤੇ ਮੱਥਾ ਟੇਕਿਆ। ਉਹਨਾਂ ਨੇ ਧਰੂ ਨੂੰ ਅਸੀਸ ਦਿੱਤੀ ਤੇ ਗਲ ਨਾਲ ਲਾਇਆ। ਉੱਤਮ ਵੀ ਪ੍ਰੇਮ ਨਾਲ ਮਿਲਿਆ। ਰਾਜੇ ਨੇ ਪੁੱਤਰ ਨੂੰ ਮਹਿਲਾਂ ਵਿੱਚ ਲਿਆਂਦਾ। ਸ਼ਹਿਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ। ਰਾਜੇ ਨੇ ਆਪਣੀ ਬ੍ਰਿਧ ਅਵਸਥਾ ਵੇਖ ਕੇ ਧਰੂ ਨੂੰ ਰਾਜ ਭਾਗ ਦੇ ਦਿੱਤਾ। ਆਪ ਜੰਗਲ ਵਿੱਚ ਤਪ ਕਰਨ ਚਲਾ ਗਿਆ। ਧਰੂ ਦਾ ਭ੍ਰਮੀ ਨਾਮੇ ਕੰਨਿਆ ਨਾਲ ਵਿਆਹ ਹੋਇਆ।
ਉਸ ਤੋਂ ਵਤਸਰ ਤੇ ਕਲਪੰਕ ਨਾਮ ਦੇ 2 ਪੁੱਤਰ ਪੈਦਾ ਹੋਏ। ਉੱਤਮ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ। ਉੱਥੇ ਜੱਛਾ ਨਾਲ ਲੜਾਈ ਹੋ ਗਈ ਤੇ ਉੱਤਮ ਮਾਰਿਆ ਗਿਆ। ਉਸ ਨੂੰ ਲੱਭਣ ਵਾਸਤੇ ਉਸ ਦੀ ਮਾਤਾ ਜੰਗਲ ਵਿੱਚ ਗਈ। ਉਹ ਦਾਵਾ ਨਾਲ ਅੱਗ ਨਾਲ ਸੜ ਗਈ। ਜਦੋਂ ਧਰੂਵ ਨੇ ਉੱਤਮ ਦੀ ਮਰੇ ਦੀ ਖਬਰ ਸੁਣੀ ਤਾਂ ਉਹ ਜੱਛਾ ਨਾਲ ਜੰਗ ਕਰਨ ਵਾਸਤੇ ਚਲਾ ਗਿਆ ਤੇ ਜੰਗ ਵਿੱਚ ਬਹੁਤ ਜਸ਼ ਮਾਰ ਦਿੱਤੇ। ਉਦੋਂ ਧਰੂਵ ਦੇ ਦਾਦੇ ਮੰਨੂ ਨੂੰ ਜੱਛਾ ਉੱਪਰ ਦਇਆ ਆ ਗਈ। ਉਹ ਆਪਣੇ ਸਥਾਨ ਤੋਂ ਆਇਆ ਤੇ ਧਰੂਵ ਨੂੰ ਕਿਹਾ, ਬਿਨਾਂ ਅਪਰਾਧ ਤੋਂ ਜੱਛਾ ਨੂੰ ਨਾ ਮਾਰ। ਤੂੰ ਹਰੀ ਦਾ ਭਗਤ ਹੈ, ਦਇਆ ਕਰ। ਤੇਰਾ ਇਹਨਾਂ ਨੇ ਇੱਕ ਭਰਾ ਮਾਰਿਆ ਹੈ, ਤੂੰ ਇਹਨਾਂ ਦੀ ਅਣਗਿਣਤ ਫੌਜ ਮਾਰ ਦਿੱਤੀ ਹੈ। ਹੇ ਪੁੱਤਰ, ਹੁਣ ਜੰਗ ਨਾ ਕਰ। ਜੰਗ ਕਰਨ ਤੋਂ ਧਰੂਵ ਨੂੰ ਹਟਾ ਕੇ ਮਨੂ ਰਾਜਾ ਆਪਣੇ ਸਥਾਨ ਤੇ ਚਲਾ ਗਿਆ। ਉਦੋਂ ਕੁਬੇਰ ਆਇਆ ਤੇ ਧਰੂਵ ਨੂੰ ਕਹਿਣ ਲੱਗਾ, ਹੇ ਰਾਜਨ, ਤੂੰ ਧਨ ਹੈ। ਤੂੰ ਆਪਣੇ ਪਿਤਾਮੇ ਦਾ ਕਿਹਾ ਮੰਨ ਲਿਆ ਹੈ, ਹਿਰਦੇ ਤੋਂ ਕ੍ਰੋਧ ਦੂਰ ਕਰ ਦਿੱਤਾ ਹੈ। ਤੇਰੇ ਭਰਾਤਾ ਨੂੰ ਜੱਛਾ ਨੇ ਨਹੀਂ ਮਾਰਿਆ, ਤੂੰ ਵੀ ਕਿਸੇ ਜੱਸ਼ ਨੂੰ ਨਹੀਂ ਮਾਰਿਆ। ਸਾਰਿਆਂ ਨੂੰ ਮਾਰਨ ਦਾ ਕਾਰਨ ਇੱਕ ਕਾਲ ਹੈ। ਤੂੰ ਬਾਲ ਉਮਰ ਵਿੱਚ ਹਰੀ ਦੀ ਭਗਤੀ ਕੀਤੀ ਹੈ। ਮੈਂ ਤੇਰੇ ਤੇ ਖੁਸ਼ ਹਾਂ। ਤੂੰ ਜੋ ਵਰ ਚਾਹੇਗਾ ਉਹ ਤੈਨੂੰ ਦਿਆਂਗਾ। ਧਰੂਵ ਨੇ ਕਿਹਾ, ਮੈਨੂੰ ਇਹੋ ਵਰ ਦਿਓ ਕਿ ਮੇਰੀ ਹਰੀ ਚਰਨਾਂ ਨਾਲ ਅਚਲ ਪ੍ਰੀਤੀ ਲੱਗੀ ਰਹੇ। ਕੁਬੇਰ ਨੇ ਕਿਹਾ, ਇਸੇ ਤਰ੍ਹਾਂ ਹੋਵੇਗਾ। ਉਹ ਇਹ ਆਖ ਕੇ ਚਲਾ ਗਿਆ। ਧਰੂਵ ਆਪਣੀ ਪੁਰੀ ਨੂੰ ਵਾਪਸ ਆ ਗਿਆ। ਧਰੂਵ ਨੇ 36,000 ਸਾਲ ਰਾਜ ਕਰਕੇ ਆਪਣੇ ਪੁੱਤਰ ਨੂੰ ਰਾਜ ਦੇ ਦਿੱਤਾ। ਆਪ ਜੰਗਲ ਵਿੱਚ ਜਾ ਕੇ ਗੰਗਾ ਦੇ ਕਿਨਾਰੇ ਬੈਠ ਗਿਆ ਤੇ ਕੁਝ ਸਮੇਂ ਤਪ ਕੀਤਾ। ਆਕਾਸ਼ ਤੋਂ ਇੱਕ ਵਿਦਵਾਨ ਆਇਆ। ਜਿਹੜੇ ਗਣ ਨਾਲ ਆਏ ਸਨ, ਉਹਨਾਂ ਨੇ ਧਰੂਵ ਨੂੰ ਨਮਸਕਾਰ ਕੀਤੀ ਤੇ ਕਿਹਾ, ਆਪ ਜੀ ਨੂੰ ਪਰਮੇਸ਼ਰ ਦੀ ਆਗਿਆ ਹੈ, ਵਿਮਾਨ ਤੇ ਬੈਠ ਕੇ ਚਲੋ ਤੇ ਅਚਲ ਸੁਖ ਭੋਗੋ। ਉਹਨਾਂ ਦੇ ਬਚਨ ਸੁਣ ਕੇ ਧਰੂਵ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਤੇ ਵਿਮਾਨ ਵਿੱਚ ਬੈਠ ਗਿਆ। ਉਦੋਂ ਦੇਵਤਿਆਂ ਨੇ ਬਾਜੇ ਵਜਾਏ ਤੇ ਫੁੱਲ ਵਰਸਾਏ ਤੇ ਜੈ ਜੈਕਾਰ ਕੀਤੀ। ਸਾਰਿਆਂ ਤੋਂ ਉੱਚੇ ਸਥਾਨ ਤੇ ਚਲਾ ਗਿਆ। ਗੁਰੂ ਜੀ ਮਰਦਾਨੇ ਨੂੰ ਧਰੂਵ ਦੀ ਸਾਖੀ ਸੁਣਾ ਕੇ ਧਰੂਵਪੁਰੀ ਵਿੱਚ ਚਲੇ ਗਏ। ਉੱਥੇ ਧਰੂਵ ਆਪਣੇ ਸਥਾਨ ਤੇ ਟਹਿਲ ਰਿਹਾ ਸੀ। ਗੁਰੂ ਜੀ ਵੱਲ ਵੇਖ ਕੇ ਕਹਿਣ ਲੱਗਾ, ਇਹ 3 ਮਨੁੱਖ ਕਿਸ ਦੇ ਜ਼ੋਰ ਨਾਲ ਆਏ ਹਨ। ਜਦੋਂ ਉਸ ਨੇ ਨੇੜੇ ਗਏ ਤਾਂ ਗੁਰੂ ਜੀ ਨੇ 7 ਕਰਤਾਰ ਕਿਹਾ। ਧਰੂਵ ਨੇ ਕਿਹਾ, ਤੁਸੀਂ ਧਰਤੀ ਤੇ ਵਿਚਰਨ ਵਾਲੇ ਆਕਾਸ਼ ਤੇ ਕਿਸ ਤਰ੍ਹਾਂ ਆ ਗਏ ਹੋ ਤੇ ਕੌਣ ਹੋ? ਅੱਗੇ ਕਿੱਧਰ ਜਾਓਗੇ? ਪਹਿਲਾਂ ਇਸ ਤਰ੍ਹਾਂ ਸਰੀਰ ਦੇ ਨਾਲ ਕੋਈ ਨਹੀਂ ਆਇਆ। ਗੁਰੂ ਜੀ ਨੇ ਕਿਹਾ, ਕਰਤਾ ਪੁਰਖ ਦੀ ਭਗਤੀ ਦੇ ਜ਼ੋਰ ਨਾਲ ਸਾਰਾ ਰਸਤਾ ਲੰਘ ਕੇ ਤੁਹਾਡੇ ਤਰਫ ਤੇ ਨਿਰੰਕਾਰ ਦੇ ਦਰਸ਼ਨਾਂ ਨੂੰ ਆਏ ਹਾਂ। ਸਾਨੂੰ ਵਰ ਦਿਓ, ਅਸੀਂ ਛੇਤੀ ਨਿਰੰਕਾਰ ਦੇ ਦਰਸ਼ਨ ਕਰੀਏ। ਤੂੰ ਬਾਲ ਉਮਰ ਵਿੱਚ ਪਰਮੇਸ਼ਰ ਦੀ ਬਹੁਤ ਭਗਤੀ ਕੀਤੀ ਹੈ। ਸਾਡਾ ਨਾਮ ਨਾਨਕ ਹੈ। ਜਦੋਂ ਧਰੂਵ ਨੇ ਨਾਮ ਸੁਣਿਆ ਤਾਂ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਕਹਿਣ ਲੱਗਾ, ਮੈਨੂੰ ਪਹਿਲਾਂ ਖਬਰ ਆ ਗਈ ਹੈ। ਪ੍ਰਭੂ ਜੀ ਧਰਤੀ ਤੇ ਅਵਤਾਰ ਧਾਰ ਕੇ ਆਏ ਹਨ। ਆਪ ਜੀ ਨੇ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ। ਇਸ ਤਰ੍ਹਾਂ ਦੋਵੇਂ ਪਾਸਿਆਂ ਤੋਂ ਬਚਨ ਬਿਲਾਸ ਹੋਏ। ਗੁਰੂ ਜੀ ਕੁਝ ਕੁ ਸਮਾਂ ਉੱਥੇ ਰਹੇ। ਭਾਈ ਬਾਲੇ ਤੇ ਮਰਦਾਨੇ ਨੂੰ ਉੱਥੇ ਛੱਡ ਕੇ ਆਪ ਸੱਚਖੰਡ ਨੂੰ ਗਏ।